ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਅੱਜ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਦੇ ਜੀਵਨ ਦੀਆਂ ਸਾਖੀਆਂ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਪਹਿਲਾ ਵਿੱਚ ਦਰਜ ਹਨ। ਕੁਝ ਸਾਖੀਆਂ ਅਸੀਂ ਪਹਿਲਾਂ ਤੁਹਾਡੇ ਨਾਲ ਪਿਛਲੀ ਵੀਡੀਓਜ਼ ਵਿੱਚ ਸ਼ੇਅਰ ਕਰ ਚੁੱਕੇ ਹਾਂ, ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ। ਤੇ ਅੱਜ ਅਸੀਂ ਉਹਨਾਂ ਦੀ ਅਗਲੀ ਸਾਖੀ ਚੌਰਾਂ ਵਿੱਚ ਫੇਰੀ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਚੌਰਾਂ ਵਿੱਚ ਫੇਰੀ। ਮਾਲਕ ਦੇ ਹੁਕਮ ਅਨੁਸਾਰ ਬਾਬਾ ਜੀ ਨੇ ਚੌਰੀ ਜਾਣ ਦੀ ਪ੍ਰਵਾਨਗੀ ਦਿੱਤੀ, ਪਰ ਕੇਵਲ 3 ਦਿਨਾਂ ਲਈ। ਜਿਵੇਂ ਕਿ ਪਾਠਕਾਂ ਨੂੰ ਪਤਾ ਲੱਗੇਗਾ ਕਿ ਇਹ 3 ਦਿਨ ਵੀ ਬੜੀ ਗੌਰਵਤਾ ਵਾਲੇ ਸਨ। ਭਾਦਰੋਂ ਦਾ ਮਹੀਨਾ ਮੁੱਕਣ ਤੇ ਆਇਆ ਹੋਇਆ ਸੀਗਾ। ਇਸ ਵੇਰੀ ਜਿੱਥੇ ਆਸਣ ਲਾਇਆ ਉਹ ਸਥਾਨ ਝੋਰਾ ਨਗਰ ਤੋਂ ਉੱਤਰ ਪੱਛਮ ਵੱਲ ਮਾਨੋਕੇ ਤੇ ਲੱਖੇ ਪਿੰਡਾਂ ਦੇ ਵਿਚਕਾਰ ਸੀ। ਜ਼ਮੀਨ ਮਹਿਰਾ ਤੇ ਮਾਲਕੀ ਮੰਡੇਰਾਂ ਦੀ ਸੀ। ਐਤਕੀ ਇਸ ਨਵੀਂ ਥਾਂ ਨੂੰ ਕਿਉਂ ਚੁਣਿਆ, ਇਸ ਵਿੱਚ ਵੀ ਕੋਈ ਗੁੱਝਾ ਭੇਦ ਭਾਸਦਾ ਸੀ। ਥਾਂ ਦੇ ਨੇੜੇ ਹੀ ਝੋਰਾਂ ਦੇ ਇੱਕ ਭਲੇ ਪੁਰਸ਼ ਭਾਈ ਬੱਗਾ ਸਿੰਘ ਦੀ ਜ਼ਮੀਨ ਲੱਗਦੀ ਸੀ। ਭਾਈ ਬੱਗਾ ਸਿੰਘ ਵੈਸੇ ਤਾਂ ਸਿੰਘ ਸਨ, ਪਰ ਉਹਨਾਂ ਦੀ ਰੁਚੀ ਸਖੀ ਸਰਵਰ ਦੀ ਮੰਨਤ ਵਿੱਚ ਸੀ, ਕਿਉਂਕਿ ਕਿਸੇ ਸਮੇਂ ਇਹਨਾਂ ਦੇ ਪਿਤਾ ਦੀਆਂ ਅੱਖਾਂ ਖਰਾਬ ਹੋ ਗਈਆਂ ਸਨ ਤੇ ਉਸ ਸਮੇਂ ਦੇ ਪੇਂਡੂ ਵਿਸ਼ਵਾਸ ਅਨੁਸਾਰ ਮੰਨਤ ਮੰਨ ਲਈ ਕਿ ਜੇ ਮੇਰੀਆਂ ਅੱਖਾਂ ਠੀਕ ਹੋ ਜਾਣ ਤਾਂ ਮੈਂ ਮੇਰਾ ਪੁੱਤਰ ਤੇ ਅੱਗੋਂ ਪੋਤਰੇ ਵੀ ਤੇਰੇ ਲਾਲਾਂ ਵਾਲਿਆਂ ਤੇਰੀਆਂ ਸੁਖਨਾ ਦੇਣ ਕਰਨਗੇ, ਭਾਵ ਰੋਟ ਚੜਾਇਆ ਕਰਨਗੇ। ਦੇਵਨੈਤ ਦੇ ਨਾਲ ਅੱਖਾਂ ਠੀਕ ਹੋ ਗਈਆਂ, ਸੋ ਪਿਤਾ ਦੇ ਸਮੇਂ ਤੋਂ ਬੱਗਾ ਸਿੰਘ ਹੋਰੀ ਉਹਨਾਂ ਦੇ ਜਵਾਨ ਪੁੱਤਰ ਸੁਖਨਾ ਦਿਆ ਕਰਦੇ ਸਨ। ਇਸੇ ਘਰਾਣੇ ਨਾਲ ਬਾਬਾ ਜੀ ਨੂੰ ਕੋਈ ਅਗੰਮੀ ਖਿੱਚ ਪੈ ਗਈ ਸੀ, ਕਿਉਂਕਿ ਕਿਸੇ ਗੋਦੜੀ ਵਿੱਚ ਲੁਕੇ ਹੋਏ ਲਾਲ ਦੀ ਲੱਭ ਹੋਣੀ ਸੀ। ਪਰ ਉਸ ਵੇਲੇ ਕੋਈ ਨਹੀਂ ਸੀ ਜਾਣਦਾ ਬਾਬਾ ਜੀ ਦੇ ਅਗੰਮੀ ਚੋਜਾਂ ਨੂੰ। ਭਾਈ ਬੱਗਾ ਸਿੰਘ ਦੇ ਖੇਤਾਂ ਵਿੱਚੋਂ ਇੱਕ ਵਿੱਚ ਖਰਬੂਜੇ ਬੀਜੇ ਹੋਏ ਸਨ। ਇਸ ਫਸਲ ਦੀ ਜੇ ਰਾਤ ਨੂੰ ਰਾਖੀ ਨਾ ਕੀਤੀ ਜਾਵੇ ਤਾਂ ਕੱਖ ਵੀ ਪੱਲੇ ਨਹੀਂ ਪੈਂਦਾ। ਇਹਨਾਂ ਦਾ ਛੋਟਾ ਜਿਹਾ ਸਪੁੱਤਰ, ਜੋ ਹਾਲੀ 13 ਵਰ੍ਹਿਆਂ ਦਾ ਹੀ ਸੀ, ਮੰਜੇ ਤੇ ਪਿਆ ਰਾਖੀ ਕਰ ਰਿਹਾ ਸੀ। ਨਾਮ ਇਸ ਦਾ ਸੀ ਇੰਦਰ ਸਿੰਘ, ਕੋਈ ਗਿੰਦਰ ਸਿੰਘ ਵੀ ਕਹਿ ਦਿੰਦਾ। ਅਚਾਨਕ ਹੀ ਉਸ ਨੂੰ ਇਹ ਆਵਾਜ਼ ਕੰਨਾਂ ਪਈ, ਭਲਿਆ ਲੋਕਾ, ਅਸੀਂ ਤੇਰੇ ਵਾਸਤੇ ਐਤਕੀ ਇੱਥੇ ਆਏ ਹਾਂ ਤੇ ਤੂੰ ਲੰਮਾ ਹੀ ਪਿਆ ਹੋਇਆ ਹੈ। ਆਵਾਜ਼ ਸੁਣ ਆਪਣੇ ਜੋੜੀਦਾਰ ਚਾਚੇ ਦੇ ਪੁੱਤਰ ਜਗੀਰ ਸਿੰਘ ਨੂੰ ਕਿਹਾ, ਚੱਲ ਭਾਈ ਅੱਜ ਹੀ ਸੰਤਾਂ ਦੇ ਦਰਸ਼ਨ ਕਰਨ ਚਲੀਏ। ਪਿਛਲੀ ਵੇਰੀ ਜਦ ਬਾਬਾ ਜੀ ਝੋੜੀ ਲਗਭਗ 15 ਦਿਨ ਠਹਿਰੇ ਸਨ ਤਾਂ ਮੁੰਡਿਆਂ ਮਿੱਤਰਾਂ ਦੇ ਕਹਿਣ ਅਤੇ ਕੜਾਹ ਦੇ ਲਾਲਚ ਵਿੱਚ ਆਣ ਕੇ ਇੰਦਰ ਸਿੰਘ ਦਰਸ਼ਨ ਕਰਨ ਨੂੰ ਨਹੀਂ ਗਿਆ, ਸਗੋਂ ਅੱਗੋਂ ਮੁੰਡਿਆਂ ਦੀ ਬੋਲੀ ਵਿੱਚ ਕਹਿ ਦਿੱਤਾ, ਯਾਰ ਹੋਣਗੇ ਮਿਲਣਗੇ ਆਪੇ, ਦਿਲ ਨੂੰ ਟਿਕਾਣੇ ਰੱਖੀਏ। ਪਰ ਐਤਕੀ ਤਾਂ ਅੰਦਰੋਂ ਅੰਦਰ ਐਸੀ ਖਿੱਚ ਪਈ ਕਿ ਉਸ ਵੇਲੇ ਹੀ ਜਾਣ ਦਾ ਦਿਲ ਕਰ ਪਿਆ। ਇਹ ਵਿਚਾਰ ਕਰਕੇ ਕਿ ਸੰਤਾਂ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ, 5 ਖਰਬੂਜੇ ਤੋੜ ਕੇ ਭੇਟਾਂ ਵਜੋਂ ਲੈ ਗਏ। ਉਧਰ ਇਉਂ ਜਾਪਦਾ ਸੀ ਜਿਵੇਂ ਬਾਬਾ ਜੀ ਅੱਗਿਓਂ ਹੀ ਇਸ ਬਾਲਕ ਦੀ ਉਡੀਕ ਵਿੱਚ ਸਨ। ਝੋਲੀ ਵਿੱਚ ਕੱਢ ਜਦ ਖਰਬੂਜੇ ਅੱਗੇ ਢੇਰੀ ਕਰਕੇ ਰੱਖੇ ਤੇ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਇਉਂ ਸਮਾਚਾਰ ਪੁੱਛਿਆ, ਕਾਕਾ ਐਸ ਵੇਲੇ ਕਿੱਥੋਂ ਆਏ ਹੋ, ਕਿਹਦੇ ਸਿੱਖ ਹੋ, ਕੀ ਨਾਮ ਹੈ, ਪਿਤਾ ਦਾ ਨਾਂ ਕੀ ਹੈ, ਕੁਝ ਪੜ੍ਹਿਆ ਹੈ ਆਦਿ। ਇਹਨਾਂ ਸਾਰੇ ਪ੍ਰਸ਼ਨਾਂ ਦਾ ਬੜੀ ਸਰਲਤਾ ਸਹਿਤ ਉੱਤਰ ਸੁਣ ਕੇ ਬਾਬਾ ਜੀ ਬੜੇ ਪ੍ਰਸੰਨ ਹੋਏ। ਜਿਵੇਂ ਕਿ ਅੱਗੇ ਕਈ ਥਾਈਂ ਦੱਸਿਆ ਗਿਆ ਹੈ, ਨਾਵਾਂ ਉੱਤੇ ਬਾਬਾ ਜੀ ਹਮੇਸ਼ਾ ਕਟਾਖ ਕਰਿਆ ਕਰਦੇ ਸਨ। ਸੋ ਫਰਮਾਨ ਲੱਗੇ, ਇੰਦਰ ਸਿੰਘ ਇਹ ਤਾਂ ਰਾਸੀ ਨਾਂ ਹੈ। ਬੱਗਾ ਸਿੰਘ ਸੰਬੰਧੀ ਹਜੂਰ ਨੇ ਫਰਮਾਇਆ, ਬੱਗਾ ਤਾਂ ਉਸ ਨੂੰ ਕਹਿੰਦੇ ਹਨ ਜਿਸ ਨੂੰ ਕੋਈ ਕਲੰਕ ਨਾ ਲੱਗਾ ਹੋਵੇ। ਖੈਰ ਇਸ ਤਰ੍ਹਾਂ ਬਚਨ ਕਰ, ਸ਼ੁਭ ਸਿੱਖਿਆ ਦੇ ਕੇ ਗੁਰਮੁਖੀ ਅੱਖਰ ਪੜ੍ਹਨ ਤੇ ਕੁਸੰਗਤ ਤੋਂ ਬਚਣ ਦੀ ਹਦਾਇਤ ਕਰਦਾ, ਖੁਸ਼ੀਆਂ ਬਖਸ਼ੀਆਂ। ਇਹ ਮਿਲਾਪ ਤਾਂ ਉਹ ਸੀ ਜਿਸ ਤੇ ਇਹ ਗੁਰਵਾਕ ਟੁਕਦਾ ਹੈ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪੇਟਿਓ ਪੁਰਖ ਰਸਕ ਬੈਰਾਗੀ। ਇਹਨਾਂ ਦਿਨਾਂ ਵਿੱਚ ਹੀ ਸੰਗੀ ਬਾਬਾ ਜੀ ਨੂੰ ਇੱਕ ਇਤਿਹਾਸਿਕ ਖੂਹ ਦੀ ਭਾਲ ਵਿੱਚ ਲੈ ਗਏ, ਜਾਂ 10ਵੇਂ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਸੀ। ਉਸ ਦਿਨ ਲੰਮੇ ਪਿੰਡ ਵਿੱਚ ਕੀਰਤਨ ਵੀ ਹੋਇਆ। ਗੱਲਾਂ ਵਿੱਚ ਗੱਲ ਚੱਲ ਪਈ ਕਿ ਝੋਰਾਂ ਵਿੱਚ ਹਾਲੀ ਤੱਕ ਕੋਈ ਗੁਰਦੁਆਰਾ ਨਹੀਂ,
ਕਾਰਨ ਪੁੱਛਣ ਤੇ ਸੰਗੀਆਂ ਨੇ ਬੇਨਤੀ ਕੀਤੀ ਕਿ ਇੱਟਾਂ ਤਾਂ ਕਿਤਨੇ ਚਿਰ ਤੋਂ ਪਈਆਂ ਹੋਈਆਂ ਹਨ। 1 ਲੱਖ ਇੱਟ ਪਈ ਹੋਈ ਸੀ। ਅਣਭਿੱਜੇ ਚੂਨੇ ਦੀ ਇੱਕ ਕਠੀ ਭਰੀ ਹੋਈ ਸੀ, ਪਰ ਆਪਸ ਵਿੱਚ ਫੁੱਟ ਅਤੇ ਥਾਂ ਸਾਂਝੀ ਹੋਣ ਕਰਕੇ ਗੁਰਦੁਆਰਾ ਬਣਨ ਵਿੱਚ ਨਹੀਂ ਆਉਂਦਾ। ਇੱਕ ਹੋਰ ਨੇ ਕਿਹਾ, ਪਾਖਰ ਸਿੰਘ ਦਾ ਘਰ ਜ਼ਮੀਨ ਨਾਲ ਲੱਗਦਾ ਹੈ, ਉਹ ਪੈਣ ਨਹੀਂ ਦਿੰਦਾ। ਕਿੱਥੇ ਹੈ ਪਾਖਰ ਸਿੰਘ? ਬਾਬਾ ਜੀ ਨੇ ਝਟ ਪੁੱਛਿਆ। ਜੀ ਦਾਸ ਹੈ। ਪਾਖਰ ਸਿੰਘ ਤੁਰੰਤ ਹਾਜ਼ਰ ਹੋ ਕੇ ਬੋਲਿਆ। ਭਾਈ ਗੁਰਦੁਆਰਾ ਕਿਉਂ ਨਹੀਂ ਪੈ ਹੁੰਦਾ? ਬਾਬਾ ਜੀ ਪੁੱਛਣ ਲੱਗੇ। ਉਹ ਜੀ ਅਸੀਂ ਤਾਂ ਹਾਜ਼ਰ ਹਾਂ, ਜੇ ਹੁਕਮ ਕਰੋ ਤਾਂ ਘਰ ਦੀ ਹੋਰ ਜਗ੍ਹਾ ਵੀ ਛੱਡ ਦਿੰਦੇ ਹਾਂ। ਲੈ ਭਾਈ ਤਕੜਾ ਹੋ ਫਿਰ, ਬਾਬਾ ਜੀ ਨੇ ਫਰਮਾਇਆ। ਇਸ ਤਰ੍ਹਾਂ ਉਤਸ਼ਾਹ ਭਰੇ ਬਚਨ ਕਰ ਉਸ ਦਿਨ ਤਾਂ ਅਗਾਂਹ ਚਲੇ ਗਏ। ਸਭ ਦਾ ਹੌਸਲਾ ਵੱਧ ਗਿਆ। ਦਿਲੀ ਚਾਹ ਸੀ ਕਿ ਕਿਸੇ ਤਰ੍ਹਾਂ ਬਾਬਾ ਜੀ ਆਪ ਨੀਂਹ ਰੱਖਣੀ ਮੰਨ ਜਾਣ, ਪਰ ਇਹ ਕੰਮ ਸੀ ਬਾਬਾ ਜੀ ਦੇ ਆਪਣੇ ਬਣਾਏ ਨੇਮਾਂ ਦੇ ਵਿਰੁੱਧ। ਬਾਬਾ ਜੀ ਰੱਥ ਦੀ ਸਵਾਰੀ ਤਾਂ ਬੜੀ ਪਸੰਦ ਕਰਦੇ ਹਨ। ਕਿਸੇ ਨੇ ਇਹ ਜੁਗਤ ਦੱਸੀ ਕਿ ਰੱਥ ਵਿੱਚ ਬਿਠਾ ਕੇ ਇੱਧਰ ਲੰਘਾਵਾਂਗੇ ਤੇ ਨੇੜੇ ਆਣ ਕੇ ਬਲਦਾਂ ਦੀਆਂ ਜੋਤਾਂ ਖੋਲ੍ਹ ਦਿਆਂਗੇ। ਸੋ ਮੁੰਡਿਆਂ ਨੇ ਇਵੇਂ ਹੀ ਕੀਤਾ। ਉਧਰੋਂ ਸੰਗਤ ਇਕੱਠੀ ਹੋ ਕੇ ਬੇਨਤੀ ਕਰਨ ਲੱਗੀ, ਪਾਤਸ਼ਾਹੋ ਹੁਣ ਇਹ ਕੰਮ ਆਪਣੇ ਕਰ ਕਮਲਾਂ ਨਾਲ ਆਰੰਭ ਕਰਾ ਕੇ ਜਾਓ। ਬਾਬਾ ਜੀ ਬਹੁਤ ਬੀਤੀ ਥੋੜੀ ਰਹੀ, ਪਲ ਪਲ ਲਈ ਗਈ ਵਿਹਾਏ, ਇੱਕ ਘੜੀ ਦੇ ਕਾਰਨੇ ਮਤ ਕਲੰਕ ਲੱਗ ਜਾਏ। ਵਾਲਾ ਦੋਹਰਾ ਉਚਾਰਨ ਕਰਦੇ ਹੋਏ ਸੋਚਾਂ ਵਿੱਚ ਪੈ ਗਏ। ਫਿਰ ਪੁੱਛਿਆ, ਤੁਹਾਡੇ ਪਿੰਡ ਕਿਤਨੇ ਲੰਬਰਦਾਰ ਹਨ? ਜੀ 5 ਦਾ ਉੱਤਰ ਸੁਣ ਕੇ ਫਿਰ ਪੁੱਛਿਆ, ਕੀ ਉਹ ਤੁਹਾਡੇ ਵੱਸ ਵਿੱਚ ਹਨ? ਜੇ ਹਨ ਤਾਂ ਬੁਲਾਓ ਫਿਰ। ਬਾਬਾ ਜੀ ਦੇ ਉੱਥੇ ਖਲੋਤਿਆਂ ਹੀ ਜਦ 5 ਹਾਜ਼ਰ ਹੋ ਗਏ ਤਾਂ ਉਹਨਾਂ ਨੂੰ ਸੰਬੋਧਨ ਕਰਕੇ, ਭਾਈ ਤੁਸੀਂ ਗੁਰਦੁਆਰਾ ਪੈਣ ਵਿੱਚ ਰਾਜੀ ਹੋ? ਉਹ ਜੀ ਅੱਗੇ ਪਾਖਰ ਸਿੰਘ ਦੀ ਅੜਚਨ ਸੀ, ਹੁਣ ਤੁਹਾਡੀ ਕਿਰਪਾ ਨਾਲ ਉਹ ਵੀ ਰਾਜੀ ਹੈ। ਬਾਬਾ ਜੀ, ਚੰਗਾ ਫਿਰ ਖੁਸ਼ੀਆਂ, ਤੁਸੀਂ 5 ਇੱਟਾਂ ਧੋ ਕੇ ਲਿਆਓ। ਉਹਨਾਂ ਇੱਟਾਂ ਲਿਆਂਦੀਆਂ। ਉਹ ਇੱਟ ਪਕੜਾਉਂਦੇ ਤੇ ਬਾਬਾ ਜੀ ਆਪਣੇ ਕਰ ਕਮਲਾਂ ਨਾਲ ਇੱਕ ਕੱਪੜੇ ਤੇ ਰੱਖੀ ਗਈ। ਆਪ ਫਰਮਾਨ ਲੱਗੇ, ਝੋੜਾਂ ਵਿੱਚ ਸੱਚਖੰਡ ਬਣਾ ਦਿੱਤਾ ਹੈ। ਅਸੀਂ ਉੱਧਰੋਂ ਕਾਰੀਗਰ ਭੇਜਾਂਗੇ, ਦੁਸ਼ਹਿਰੇ ਵਾਲੇ ਦਿਨ ਨੀਂਹ ਧਰ ਲੈਣੀ। ਇਸ ਤਰ੍ਹਾਂ ਬਚਨ ਕਰਕੇ ਆਪ ਤਾਂ ਨਾਨਕਸਰ ਠਾਠ ਵੱਲ ਮੁੜ ਆਏ। ਦੁਸ਼ਹਿਰੇ ਤੋਂ ਪਹਿਲਾਂ ਇੱਕ ਮਿਸਤਰੀ ਤੇ 5 ਸਿੰਘ ਭੇਜ ਦਿੱਤੇ। ਫਿਰ ਹੋਰ ਇਲਾਕਿਆਂ ਦੀਆਂ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਮਾਝੇ ਵੱਲ ਮੋੜਾ। ਚੂਹਨੀਆਂ ਮਾਝੇ ਦਾ ਪ੍ਰਸਿੱਧ ਸ਼ਹਿਰ ਹੈ। ਇਸ ਦੇ ਉੱਤਰ ਪਾਸੇ ਵੱਲ ਲਗਭਗ 1 ਮੀਲ ਦੀ ਵਿੱਥ ਤੇ ਪੱਕੀ ਸੜਕ ਤੇ ਬਿਸਨਨਾਥ ਦਾ ਇੱਕ ਸਥਾਨ ਸੀ। ਇਹ ਕਿਸੇ ਜੋਗੀ ਦੀ ਸਮਾਧ ਸੀ, ਜੋ ਕਿ ਢਾਹੇ ਉੱਤੇ ਕਦੀ 19ਵੀਂ ਸਦੀ ਦੇ ਮੱਧ ਪਿੱਛੋਂ ਬਣੀ, ਤੇ ਜਿਵੇਂ ਕਿ ਇੱਟਾਂ ਦੇ ਨਮੂਨੇ ਤੋਂ ਪਤਾ ਲੱਗਦਾ ਹੈ ਕਿ ਨੇੜੇ ਇੱਕ ਕਬਰਸਤਾਨ ਸੀ। ਜਰਾ ਕੁ ਵਿੱਥ ਤੇ ਮੁਗਲਾਂ ਦੇ ਵੇਲੇ ਦੀ ਇੱਕ ਪੁਰਾਣੀ ਹਵੇਲੀ ਸੀ। ਇਸ ਥਾਂ ਦੇ ਨੇੜੇ ਕਈ ਬਿਆਸਾ ਦਰਿਆ ਵਗਿਆ ਕਰਦਾ, ਪਰ ਜਿਸ ਵੇਲੇ ਦੀ ਗੱਲ ਲਿਖ ਰਹੇ ਹਾਂ, ਦਰਿਆ 20-22 ਕੋਹ ਚੜ੍ਹਦੇ ਵੱਲ ਚਲਾ ਗਿਆ ਸੀ। ਸਮਾਧ ਦਰਿਆ ਦੇ ਕੰਢੇ ਤੇ ਬਣੀ ਹੋਈ ਸੀ। ਵੱਡੀ ਸਮਾਧ ਨਾਲ ਥੋੜੀ ਵਿੱਥ ਤੇ ਹੋਰ ਛੋਟੀਆਂ-ਛੋਟੀਆਂ ਸਤੀਆਂ ਤੇ ਮਹਾਸਤੀ ਦੀਆਂ ਸਮਾਧਾਂ ਵੀ ਸਨ। ਇੱਕ ਖੂਹ ਸੀ। ਵੱਡੀ ਸਮਾਧ ਦੇ ਨਾਲ ਹੀ ਇੱਕ ਕਮਰਾ ਸੀ, ਜਿਸ ਦੇ ਵਿੱਚ ਕਦੀ ਕਦਾਈ ਕੋਈ ਰਮਤਾ ਸਾਧੂ ਠਹਿਰਨ ਦਾ ਯਤਨ ਕਰਦਾ। ਕਮਰੇ ਉੱਤੇ ਇੱਕ ਚੁਬਾਰਾ ਵੀ ਸੀ। ਮੰਦਰ ਵਿੱਚ ਜੋਗੀ ਦਾ ਇੱਕ ਚਿੱਤਰ ਬਣਿਆ ਹੋਇਆ ਸੀ। ਆਮ ਲੋਕਾਂ ਦੇ ਖਿਆਲ ਵਿੱਚ ਇਹ ਇੱਕ ਬਹੁਤ ਭਿਆਨਕ ਸਥਾਨ ਸੀ। ਕਿਸੇ ਵੇਲੇ ਇੱਥੇ ਸਿਵੇਂ ਵੀ ਹੋਣਗੇ, ਕਿਉਂਕਿ ਮੁਰਦਿਆਂ ਦੇ ਹੱਡ ਖਿਲਰੇ ਪਏ ਵੇਖੀਦੇ ਸਨ। ਇਹ ਵੀ ਸੁਣਨ ਵਿੱਚ ਆਇਆ ਕਿ ਜਦ ਕਿਸੇ ਰਮਤੇ ਸਾਧੂ ਨੇ ਇੱਥੇ ਆਣ ਕੇ ਬਹਿਣਾ ਤਾਂ ਰਾਤ ਨੂੰ ਉਸ ਤੇ ਇੱਟਾਂ ਪੈਣੀਆਂ। ਫਰਵਰੀ ਮਾਘ ਸੰਨ 1930 ਦੀ ਗੱਲ ਹੈ ਕਿ ਲਗਭਗ 10 ਵਜੇ ਰਾਤ ਦੇ ਪਿੱਛੋਂ ਬਾਬਾ ਜੀ ਛਾਂਗੇ ਮਾਂਗੇ ਵੱਲੋਂ ਪਧਾਰੇ। ਕੀਰਤਨੀਆਂ ਸਮੇਤ 8-10 ਦਾ ਜਥਾ ਸੀ। ਥੋੜੀਆਂ ਕਣੀਆਂ ਪੈ ਰਹੀਆਂ ਸਨ। ਬਿਨਾਂ ਕਿਸੇ ਸੰਕੋਚ ਦੇ ਬਾਬਾ ਜੀ ਨੇ ਬਿਸ਼ਨਨਾਥ ਤੇ ਡੇਰਾ ਲਾ ਦਿੱਤਾ। ਲੰਗਰ ਪਾਣੀ ਦੀ ਸੇਵਾ ਲਈ ਜਦ ਤਨਪਤ ਰਾਏ ਹੋਰਾਂ ਵੱਲੋਂ ਬੇਨਤੀ ਕੀਤੀ ਗਈ ਤਾਂ ਦੇਰ ਹੋ ਜਾਣ ਕਰਕੇ ਆਗਿਆ ਨਾ ਦਿੱਤੀ। ਬਾਬਾ ਜੀ ਦਾ ਆਸਣ ਹੇਠਲੇ ਕਮਰੇ ਵਿੱਚ ਸਜਾ ਦਿੱਤਾ ਗਿਆ। ਸੇਵਕ ਸੰਗੀ ਸਮਾਧੜੀਆਂ ਨਾਲ ਟਾਸਨੇ ਲਾ ਕੇ ਅੜਿੰਗ ਬੜਿੰਗ ਹੋ ਗਏ। ਸਵੇਰ ਨੂੰ ਜਦੋਂ ਜੰਗਲ ਪਾਣੀ ਹੋ ਕੇ ਵਾਪਸ ਆਏ ਤਾਂ ਜੋਗੀ ਦੇ ਚਿੱਤਰ ਤੇ ਨਜ਼ਰ ਪੈ ਗਈ।
ਵੇਖ ਕੇ ਖੜੇ ਹੋ ਗਏ ਤੇ ਮੁਸਕਰਾਉਂਦੇ ਹੋਏ ਐਉਂ ਪੁੱਛਣ ਲੱਗੇ, ਬਿਸ਼ਨਨਾਥ, ਅਸੀਂ ਰਾਤ ਦੇ ਆਏ ਹੋਏ ਹਾਂ, ਤੂੰ ਸਾਨੂੰ ਪੁੱਛਿਆ ਤੱਕ ਨਹੀਂ, ਤੂੰ ਕਿਸੇ ਲਾਇਕ ਹੈ। ਇਤਨਾ ਕਹਿ ਉਸ ਦੀ ਤਸਵੀਰ ਨੂੰ ਸੋਟੀ ਦੇ ਹੇਠਲੀ ਸੁੰਬ ਨਾਲ ਜਰਾ ਛੇਦ ਕਰ ਦਿੱਤਾ। ਹੁਣ ਦੱਸ, ਸੁਣਿਆ ਹੈ ਲੋਕਾਂ ਨੂੰ ਡਰਾਉਂਦਾ ਹੈ। ਬਾਬਾ ਜੀ ਨੇ ਇਹ ਵਾਰਤਾ ਸੰਗਤ ਨੂੰ ਬਾਅਦ ਵਿੱਚ ਸੁਣਾਉਂਦਿਆਂ ਹੋਇਆਂ ਦੱਸਿਆ ਕਿ ਸਰੀਰ ਛੱਡਣ ਵੇਲੇ ਜੋਗੀ ਦੀ ਬਿਰਤੀ ਮੰਦਰ ਤੇ ਮਕਾਨ ਵਿੱਚ ਰਹੀ, ਇਸ ਲਈ ਇਸ ਨੂੰ ਪ੍ਰੇਤ ਦਾ ਜਨਮ ਧਾਰਨਾ ਪਿਆ ਤੇ ਪਿੱਛੋਂ ਇੱਥੇ ਰਹਿੰਦਾ ਰਿਹਾ। ਇੱਥੇ ਲਗਭਗ 2 ਕੁ ਮਹੀਨੇ ਬਾਬਾ ਜੀ ਠਹਿਰੇ। ਚੁਬਾਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਰਿਹਾ। ਇੱਥੋਂ 2.5 ਕੁ ਕੋਹ ਤੇ ਗਜਨ ਸਿੰਘ ਵਾਲਾ ਸੀ, ਜਿੱਥੋਂ ਭਾਈ ਦਰਬਾਰਾ ਸਿੰਘ ਗ੍ਰੰਥੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਆਂਦੀ। ਇਸ ਸਮੇਂ ਵਿੱਚ ਕਈ ਛੋਟੀਆਂ ਮੋਟੀਆਂ ਵਾਰਤਾਂ ਹੋਈਆਂ, ਜਿਨ੍ਹਾਂ ਦਾ ਜ਼ਿਕਰ ਕੁਝ ਹੱਡ ਬੀਤੀਆਂ ਵਿੱਚ ਆਇਆ ਹੈ, ਪਰ 2 ਕੁ ਪ੍ਰਸਿੱਧ ਵਾਰਤਾਵਾਂ ਇਹ ਹਨ। ਪੂਰਨਮਾਸ਼ੀ ਦੇ ਅਵਸਰ ਤੇ ਕੀਰਤਨ ਹੋ ਰਿਹਾ ਸੀ ਕਿ ਇੱਕ ਵੱਡਾ ਸਾਰਾ ਨਾਗ ਉਸ ਖੁੱਲੀ ਥਾਂ ਅੱਗੇ ਆ ਗਿਆ ਜੋ ਰਾਗੀਆਂ ਦੇ ਸਾਹਮਣੇ ਰੱਖੀ ਹੁੰਦੀ ਹੈ। ਸੰਗਤ ਵਿੱਚ ਬੜੀ ਹਲਚਲ ਮਚ ਗਈ। ਬਾਬਾ ਜੀ ਸਮਾਧੀ ਵਿੱਚੋਂ ਤ੍ਰਪਕ ਕੇ, ਭਾਈ ਕੀ ਗੱਲ ਹੋ ਗਈ ਹੈ ਕਿ ਜੀ ਬੜਾ ਨਾਗ ਹੈ। ਸਭ ਨੇ ਇੱਕਦਮ ਬੇਨਤੀ ਕੀਤੀ, ਬਾਬਾ ਜੀ ਉਹ ਤਾਂ ਆਪ ਮੁਕਤੀ ਵਾਸਤੇ ਆਇਆ ਹੈ, ਡਰੋ ਨਾ, ਕਿਸੇ ਨੂੰ ਨਹੀਂ ਦੱਸੇਗਾ। ਇਸ ਪਰ ਰਾਗੀਆਂ ਨੇ ਬੀਨ ਦੀ ਤਰਜ ਵਜਾਉਣੀ ਸ਼ੁਰੂ ਕਰ ਦਿੱਤੀ। ਜਿਉਂ-ਜਿਉਂ ਵਾਜਾ ਵੱਜੇ ਤਿਉਂ-ਤਿਉਂ ਨਾਗ ਝੂਮਦਾ ਜਾਏ। ਬਾਬਾ ਜੀ ਅਗਾਂਹ ਹੱਥ ਕਰਕੇ, ਲੈ ਪੁੱਤਰ, ਜਿਸ ਵਾਸਤੇ ਤੂੰ ਆਇਆ ਸੈਂ। ਇਹ ਕਹਿਣ ਦੀ ਦੇਰ ਸੀ ਕਿ ਨਾਗ ਝੂਲਣਾ ਛੱਡ ਜ਼ਮੀਨ ਤੇ ਲੰਮਾ ਹੋ ਕੇ ਡਿੱਗ ਪਿਆ ਤੇ ਆਪਣੇ ਪ੍ਰਾਣ ਦੇ ਦਿੱਤੇ। ਬਾਬਾ ਜੀ ਦੇ ਹੁਕਮ ਅਨੁਸਾਰ ਨਾਗ ਨੂੰ ਚੁੱਕ ਕੇ ਇੱਕ ਲੰਮੀ ਖਾਲੀ ਪੁੱਟ ਕੱਪੜਾ ਪਾ ਕੇ ਉਸ ਥਾਂ ਦਬਾ ਦਿੱਤਾ, ਜਿੱਥੋਂ ਕਿ ਰੋਜ਼ ਸੰਗਤ ਲੰਘ ਕੇ ਕੀਰਤਨ ਸੁਣਨ ਲਈ ਆਉਂਦੀ ਸੀ। ਇੱਕ ਸਵੇਰ ਨੂੰ ਜਦ ਬਾਬਾ ਜੀ ਬਾਹਰ ਆਏ ਤਾਂ ਸਰਦਾਰ ਸੁਰੈਣ ਸਿੰਘ ਨੂੰ ਇਉਂ ਫਰਮਾਇਆ, ਸੁਰੈਣਿਆ, ਥੋੜੀ ਦੂਰ ਜੰਗਲ ਵਿੱਚ ਇੱਕ ਬੜੀ ਉੱਚੀ ਟਾਹਲੀ ਆਵੇਗੀ। ਉਸ ਦੇ ਉੱਤੇ ਇੱਕ ਬਾਂਦਰ ਬੈਠਾ ਹੋਵੇਗਾ, ਚਿੱਟੇ ਮੱਥੇ ਤੇ ਚਿੱਟੀ ਪੂਛਲ ਵਾਲਾ। ਤੈਨੂੰ ਵੇਖ ਕੇ ਉਹ ਟਾਹਲੀ ਤੋਂ ਹੇਠਾਂ ਉਤਰ ਆਵੇਗਾ ਅਤੇ ਤੇਰੇ ਮਗਰ ਤੁਰ ਪਵੇਗਾ। ਜੇ ਨਾ ਆਵੇ ਤਾਂ ਜੂੜ ਕੇ ਲੈ ਆਵੀਂ। ਸਰਦਾਰ ਸੁਰੈਣ ਸਿੰਘ ਮੱਥਾ ਟੇਕ ਜੰਗਲ ਨੂੰ ਚਲਾ ਗਿਆ। ਬਾਬਾ ਜੀ ਦੇ ਦੱਸੇ ਅਨੁਸਾਰ ਉਸ ਨੂੰ ਬਾਂਦਰ ਮਿਲਿਆ। ਬਾਂਦਰ ਲੈ ਕੇ ਉਹ ਵਾਪਸ ਆ ਰਿਹਾ ਸੀ ਕਿ ਰਾਹ ਵਿੱਚ ਸਾਹ ਲੈਣ ਲਈ ਨਹਿਰ ਦੇ ਕੰਢੇ ਤੇ ਠਹਿਰ ਗਿਆ। ਇਤਨੇ ਵਿੱਚ ਬਾਂਦਰ ਇੱਕ ਕੋਲ ਦੀ ਟਾਹਲੀ ਤੇ ਚੜ੍ਹ ਗਿਆ। ਸ਼ਾਮ ਨੂੰ ਜਦ ਬਾਬਾ ਜੀ ਬਾਹਰ ਆਏ ਤਾਂ ਪੁੱਛਿਆ, ਸੁਰੈਣਾ ਨਹੀਂ ਆਇਆ? ਇਤਨੇ ਨੂੰ ਸਰਦਾਰ ਸੁਰੈਣ ਸਿੰਘ ਵੀ ਪੁੱਜ ਗਿਆ ਤਾਂ ਬਾਬਾ ਜੀ ਪੁੱਛਣ ਲੱਗੇ ਕਿ ਬਾਂਦਰ ਨੂੰ ਕਿੱਥੇ ਛੱਡ ਆਇਆ ਹੈ। ਇਸ ਪਰ ਸਰਦਾਰ ਸੁਰੈਣ ਜੀ ਨੇ ਸਾਰੀ ਵਿਥਿਆ ਸੁਣਾਈ, ਜਿਸ ਨੂੰ ਸੁਣ ਕੇ ਬਾਬਾ ਜੀ ਨੇ ਫਰਮਾਇਆ, ਇੱਕ ਵਾਰੀ ਫਿਰ ਜਾ, ਤੇਰੇ ਮਗਰੇ ਮਗਰ ਹੀ ਬਾਂਦਰ ਆ ਜਾਵੇਗਾ। ਹੁਕਮ ਮੰਨ ਕੇ ਉਹ ਫਿਰ ਚਲਾ ਗਿਆ ਅਤੇ ਉੱਥੇ ਖਲੋਤੇ ਖਲੋਤੇ ਹੀ 15-20 ਮਿੰਟ ਤੱਕ ਬਾਬਾ ਜੀ ਬਚਨ ਸੁਣਾਉਂਦੇ ਰਹੇ। ਇਤਨੇ ਚਿਰ ਵਿੱਚ ਸਰਦਾਰ ਸੁਰੈਣ ਸਿੰਘ ਆ ਗਿਆ ਤੇ ਉਸ ਦੇ ਮਗਰੇ ਮਗਰੇ ਬਾਂਦਰ। ਜਦ ਸਰਦਾਰ ਸੁਰੈਣ ਸਿੰਘ ਨੇ ਮੱਥਾ ਟੇਕਿਆ ਤਾਂ ਬਾਂਦਰ ਨੇ ਵੀ ਉਵੇਂ ਹੀ ਕੀਤਾ। ਬਾਬਾ ਜੀ ਨੇ ਸਾਰਿਆਂ ਦੇ ਸਾਹਮਣੇ ਹੀ ਬਾਂਦਰ ਨੂੰ ਬਹੁਤ ਪਿਆਰ ਕੀਤਾ ਤੇ ਸੰਗਤ ਨੂੰ ਫਰਮਾਇਆ, ਕੱਲ ਇਹ ਚਲਾਣਾ ਕਰ ਜਾਏਗਾ। ਇਸ ਨੂੰ ਸਾਰੇ ਪਦਾਰਥ ਖਵਾ ਕੇ ਰਜਾ ਦਿਓ ਤਾਂ ਕਿ ਇਸ ਦੀ ਤ੍ਰਿਸ਼ਨਾ ਵਿੱਚ ਨਾ ਰਹੇ। ਰਜਾ ਕੇ ਇਸ ਨੂੰ ਦੀਵਾਨ ਵਿੱਚ ਲੈ ਆਉਣਾ, ਭੋਗ ਦੇ ਪਿੱਛੋਂ ਇਸ ਲਈ ਕੱਪੜਾ ਵਿਛਾ ਦੇਣਾ। ਸੋ ਇਸੇ ਤਰ੍ਹਾਂ ਹੀ ਕੀਤਾ ਗਿਆ। ਅਗਲੀ ਸ਼ਾਮ ਨੂੰ ਉਹ ਬਾਂਦਰ ਚਲਾਣਾ ਕਰ ਗਿਆ। ਇਸ ਉਪਰੰਤ ਉਸ ਦੀ ਲੋਥ ਨੂੰ ਇਸ਼ਨਾਨ ਕਰਾ ਕੇ ਕੱਪੜੇ ਵਿੱਚ ਲਪੇਟਿਆ ਗਿਆ। ਸੰਗਤ ਦੇ ਲਾਂਘੇ ਵਿੱਚ ਟੋਇਆ ਪੁੱਟ ਕੇ ਦਬਾਇਆ ਗਿਆ। ਦੀਵਾਨ ਪਿੱਛੋਂ ਡਾਕਟਰ ਹਰਬੰਸ ਸਿੰਘ ਬੇਦੀ ਦੇ ਬੇਨਤੀ ਕਰਨ ਤੇ ਬਾਬਾ ਜੀ ਨੇ ਫਰਮਾਇਆ, ਪਿਛਲੇ ਜਨਮ ਵਿੱਚ ਇਹ ਇੱਕ ਡੇਰੇ ਦਾ ਮਹੰਤ ਸੀ। ਨਿਤਨੇਮੀ ਤਾਂ ਸੀ, ਪਰ ਸੁਭਾਅ ਇਸ ਦਾ ਬਹੁਤ ਤੇਜ਼ ਸੀ। ਇੱਕ ਦਿਨ ਇੱਕ ਭੁੱਖਾ ਭਾਣਾ ਸਿੱਖ ਰਾਹੀ ਇਸ ਦੇ ਡੇਰੇ ਤੇ ਆਇਆ ਤੇ ਪ੍ਰਸ਼ਾਦੇ ਲਈ ਬੇਨਤੀ ਕੀਤੀ। ਮਹੰਤ ਨੇ ਪ੍ਰਸ਼ਾਦੇ ਦਾ ਕੋਈ ਪ੍ਰਬੰਧ ਨਾ ਕੀਤਾ। ਉਹ ਰਾਹੀ ਭੁੱਖ ਨਾਲ ਬਹੁਤ ਵਿਆਕੁਲ ਸੀ, ਪਰ ਮਹੰਤ ਨੇ ਇਸ ਗੱਲ ਦਾ ਖਿਆਲ ਨਾ ਕਰਦੇ ਹੋਏ ਅੱਗੋਂ ਕਬੋਲ ਬੋਲੇ। ਇਸ ਕਾਰਨ ਇਸ ਨੂੰ ਇਸ ਜੂਨ ਵਿੱਚ ਪੈਣਾ ਪਿਆ।
ਚੂਨੀਆਂ ਤੋਂ ਵਾਪਸ ਨਾਨਕਸਰ ਜਾਣ ਉਪਰੰਤ ਵਿਸਾਖੀ ਦੇ ਅਵਸਰ ਤੇ ਆਪਣੇ ਦਸਤੂਰ ਅਨੁਸਾਰ ਬਾਬਾ ਜੀ ਸ੍ਰੀ ਦਮਦਮਾ ਸਾਹਿਬ ਪਧਾਰੇ। ਇਸ ਵੈਰੀ ਭਾਈ ਸੰਪੂਰਨ ਸਿੰਘ ਚੂਹੜ ਚੱਕ ਤੇ ਭਾਈ ਕਰਤਾਰ ਸਿੰਘ ਜੀ ਪੁਰਾਣੇ ਵਾਲਿਆਂ ਦੀ ਸਾਂਝੀ ਨਵੀਂ ਲਾਰੀ ਪੇਸ਼ ਕਰਨ ਤੇ ਉਹਨਾਂ ਨੂੰ ਸੇਵਾ ਬਖਸ਼ੀ। ਇਹ ਸੇਵਾ ਪ੍ਰਵਾਨ ਕਰਨ ਸਮੇਂ ਜੋ ਬਚਨ ਹੋਏ ਤੇ ਦਮਦਮੇ ਸਾਹਿਬ ਪੁੱਜ ਕੇ ਜਿਸ ਪ੍ਰੋਗਰਾਮ ਅਨੁਸਾਰ ਬਾਬਾ ਜੀ ਵਿਚਰਦੇ ਸਨ, ਉਹਨਾਂ ਦਾ ਹਾਲ ਉਚਿਤ ਥਾਵਾਂ ਤੇ ਹੋਰ ਭਾਗਾਂ ਵਿੱਚ ਹੈ। ਇੱਥੇ ਇਤਨਾ ਹੀ ਲਿਖਣਾ ਯੋਗ ਹੈ ਕਿ ਇਸ ਵੇਰੀ ਜਦ ਬਾਬਾ ਚੰਦਾ ਸਿੰਘ ਜੀ ਕੱਟੂ ਵਾਲੇ ਦੇ ਬੁੰਗੇ ਵਿੱਚ ਉਹਨਾਂ ਦਾ ਆਸਨ ਪਾਸ ਗਏ, ਉਹ ਅੱਗੇ ਪਲੰਘ ਉੱਪਰ ਅਡੋਲ ਸਮਾਧੀ ਵਿੱਚ ਚੌਂਕੜ ਮਾਰੀ ਬੈਠੇ ਸਨ। ਬਾਬਾ ਜੀ ਨਮਸਕਾਰ ਕਰਕੇ ਜ਼ਮੀਨ ਪਰ ਹੀ ਇੱਕਦਮ ਬੈਠ ਗਏ। ਕਿਸੇ ਨੂੰ ਕੱਪੜਾ ਵਿਛਾਉਣ ਦਾ ਸਮਾਂ ਹੀ ਨਾ ਮਿਲਿਆ। ਬਾਬਾ ਜੀ ਨੇ ਫਰਮਾਇਆ ਕਿ ਵਿਦਿਆ ਅਭਿਆਸ ਕੀਤਾ ਹੈ ਤੇ ਕਿਆ ਅਫੁਰ ਸਮਾਧੀ ਸੱਜ ਰਹੀ ਹੈ। ਉਹਨਾਂ ਦੀ ਸਮਾਧੀ ਖੋਲ੍ਹਣ ਪਰ ਬਾਬਾ ਜੀ ਨੇ ਬਚਨ ਕੀਤਾ, ਮਹਾਂਪੁਰਸ਼ੋ, ਸੰਗਤ ਨੂੰ ਕੁਝ ਦਰਗਾਹੀ ਪ੍ਰਸ਼ਾਦ ਬਖਸ਼ੋ। ਇਸ ਪਰ ਬਾਬਾ ਚੰਦਾ ਸਿੰਘ ਜੀ ਨੇ ਕੇਵਲ ਇਤਨਾ ਹੀ ਫਰਮਾਇਆ, ਤਿਨ ਕੋ ਕਿਆ ਉਪਦੇਸ਼ੀਐ ਜਿਨ ਗੁਰੂ ਨਾਨਕ ਦੇਵ। ਇਸ ਪਰ ਫਿਰ ਬਾਬਾ ਜੀ ਨੇ ਥੋੜਾ ਜਿਹਾ ਚਿਰ ਬਾਣੀ ਕੀਤੀ। ਇਕੱਠ ਕਾਫੀ ਹੋ ਗਿਆ ਸੀ ਤੇ 1 ਵੱਜ ਚੁੱਕਾ ਸੀ। ਬਾਬਾ ਚੰਦਾ ਸਿੰਘ ਜੀ ਦੇ ਹਜ਼ੂਰੀਏ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਗੁਰੂ ਕਾ ਲੰਗਰ ਤਿਆਰ ਹੈ ਤੇ ਸੰਗਤ ਨੂੰ ਆਗਿਆ ਬਖਸ਼ੋ ਕਿ ਪ੍ਰਸ਼ਾਦਾ ਛਕੇ। ਕਿ ਮਹਾਰਾਜ ਜੀ ਗੁਰੂ ਜੀ ਨੇ ਨੇਤਰ ਖੋਲੇ ਤੇ ਹੱਥ ਜੋੜ ਕੇ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਮਹਾਂਪੁਰਖੋ, ਪ੍ਰਸ਼ਾਦਾ ਛਕਣ ਦੀ ਕਿਰਪਾ ਕਰੋ। ਇਸ ਪਰ ਬਾਬਾ ਜੀ ਤੇ ਬਾਬਾ ਚੰਦਾ ਸਿੰਘ ਜੀ ਦਾ ਹਜ਼ੂਰੀਆ ਤੇ 5-4 ਹੋਰ ਆਪਣੇ ਸੰਗੀ ਤਾਂ ਨਾਲ ਚਲੇ ਗਏ ਤੇ ਬਾਕੀ ਸੰਗਤ ਨੂੰ ਜੰਡਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਛਕਣ ਲਈ ਹੁਕਮ ਮਿਲਿਆ। ਹੋਲੇ ਮਹੱਲੇ ਵਾਲੇ ਦਿਨ ਮਹਿਲਾ ਚੜ੍ਹਨ ਸਮੇਂ ਬਾਬਾ ਜੀ ਵੀ ਨਿਹੰਗ ਸਿੰਘਾਂ ਦੇ ਮੈਦਾਨ ਵੱਲ ਚਲੇ ਗਏ ਅਤੇ ਦੱਖਣ ਦੀ ਵਾਹੀ ਵੱਲ ਇੱਕ ਨਹਿਰ ਦੇ ਖਾਲ ਦੀ ਵੱਟ ਉੱਪਰ ਤੂਤਾਂ ਦੀ ਛਾਂ ਹੇਠਾਂ ਜਾ ਬਿਰਾਜੇ। ਨਿਹੰਗ ਸਿੰਘਾਂ ਨੇ ਜਦ ਨੇਜ਼ਾਬਾਜ਼ੀ ਆਰੰਭ ਕਰ ਦਿੱਤਾ ਤਾਂ ਬਾਬਾ ਜੀ ਨੇ ਕਿਵੇਂ ਇੱਕ ਬ੍ਰਹਮ ਗਿਆਨੀ ਦੀ ਭਾਲ ਵਿੱਚ ਗਿਆਨੀ ਪ੍ਰਭਾਕਰ ਸਿੰਘ ਨੂੰ ਘੱਲਿਆ ਤੇ ਉਸ ਦਾ ਕੀ ਸਿੱਟਾ ਨਿਕਲਿਆ, ਇਸ ਦਾ ਵਰਣਨ ਕਿਸੇ ਹੋਰ ਉਚਿਤ ਥਾਂ ਤੇ ਆਏਗਾ। ਵਿਸਾਖੀ ਦਾ ਪੁਰਬ ਮਨਾ ਬਾਬਾ ਜੀ ਸੰਗਤ ਸਮੇਤ ਉਸੇ ਲਾਰੀ ਵਿੱਚ ਨਾਨਕਸਰ ਠਾਠ ਤੇ ਪੁੱਜੇ। ਫਿਰ ਚੌੜਾਂ ਦੀ ਸੰਗਤ ਕੁਝ ਸਮੇਂ ਤੋਂ ਬੇਨਤੀ ਕਰ ਰਹੀ ਸੀ ਕਿ ਹੁਣ ਸਭ ਕੁਝ ਤਿਆਰ ਹੋ ਗਿਆ ਹੈ, ਨਗਰ ਵਿੱਚ ਚਰਨ ਪਾਓ। ਪਹਿਲਾਂ ਤਾਂ ਗੁਰੂ ਸਾਹਿਬ ਵੱਲੋਂ ਜਾਣ ਦਾ ਹੁਕਮ ਨਹੀਂ ਸੀ ਮਿਲਦਾ, ਪਰ ਇਸ ਵੇਰੀ ਬੇਨਤੀ ਕਰਨ ਤੇ ਹੁਕਮਨਾਮਾ ਪ੍ਰਸੰਨਤਾ ਦਾ ਮਿਲ ਗਿਆ। ਪਰ ਬਾਬਾ ਜੀ ਕੇਵਲ 1 ਦਿਨ ਲਈ ਆਉਣਾ ਮੰਨੇ। ਪਿੰਡ ਦੀ ਸੰਗਤ ਨੇ ਅਤਿਅੰਤ ਉਤਸ਼ਾਹ ਨਾਲ ਸਵਾਗਤ ਕੀਤਾ। ਕੀਰਤਨ ਕਰਦੇ ਲੰਘਦੇ ਜਦ ਇੱਕ ਬਾਰ ਆਇਆ ਤਾਂ ਰਤਾ ਖਲੋ ਕੇ ਉਧਰ ਕਿਰਪਾਦੇਸ਼ੀ ਦੀ ਨਜ਼ਰ ਕੀਤੀ, ਪਰ ਮੁਖਾਰ ਬਿੰਦ ਤੋਂ ਬਚਨ ਕੋਈ ਨਾ ਕੀਤਾ। ਸੰਗਤ ਸਮੇਤ ਜਦ ਬਾਬਾ ਜੀ ਗੁਰਦੁਆਰੇ ਪੁੱਜੇ ਤਾਂ 13 ਦਰਾਂ ਵਾਲੀ ਸੁੰਦਰ ਪਰ ਸਾਦਾ ਇਮਾਰਤ ਵੇਖ ਕੇ ਬੜੇ ਪ੍ਰਸੰਨ ਹੋਏ। ਗੁਰਦੁਆਰੇ ਦਾ ਨਾਮ ਰੱਖਿਆ ਸੁਖ ਸਾਗਰ, ਜੋ ਉੱਥੇ ਉਸੇ ਤਰ੍ਹਾਂ ਮੱਥੇ ਤੇ ਅੰਕਿਤ ਹੈ। ਐਤਕੀ ਵੀ ਜੋਧ ਸਿੰਘ ਦੇ ਮੈਰੇ ਰੇਤਲੀ ਜ਼ਮੀਨ ਤੇ ਪਧਾਰੇ। ਭਾਵੇਂ ਸੰਗਤ ਦੀ ਇੱਕ ਅਭਿਲਾਖਾ ਤਾਂ ਪੂਰਨ ਹੋ ਗਈ, ਪਰ 1 ਦਿਨ ਦੇ ਦਰਸ਼ਨ ਤਾਂ ਨਿਰੇ ਤਰਸੇਵਾਂ ਦਿਵਾਉਣ ਵਾਲੇ ਸਨ। ਜਦ ਸੰਗਤ ਨੇ ਚੋਖਾ ਸਮਾਂ ਦੇਣ ਲਈ ਬੇਨਤੀ ਕੀਤੀ ਤਾਂ ਫਰਮਾਇਆ ਕਿ ਰਹਾਂਗੇ ਤਦ ਜੇ ਦਿਨ ਚੜ੍ਹਦੇ ਤੱਕ ਕੋਠਾ ਪਾਣ ਦਾ ਸਮਾਨ ਇੱਥੇ ਆ ਜਾਏ। ਸਮਾਨ ਕੀ ਸੀ? ਕੱਚੀਆਂ ਇੱਟਾਂ ਹੀ ਇਕੱਠੀਆਂ ਕਰਨੀਆਂ ਸਨ, ਪਰ ਸੰਗਤ ਦਾ ਉਤਸ਼ਾਹ ਪੱਕੀ ਤਰ੍ਹਾਂ ਪਰਖਣ ਲਈ ਇਸ ਤਰ੍ਹਾਂ ਦੀਆਂ ਅੜਾਉਣੀਆਂ ਬਾਬਾ ਜੀ ਕਦੀ ਪਾ ਦਿਆ ਕਰਦੇ ਸਨ। ਸੋ ਹੁਮਾ ਕੇ ਸੰਗਤ ਨੇ ਸਾਰੇ ਪਿੰਡ ਵਿੱਚੋਂ ਇੱਟਾਂ ਇਕੱਠੀਆਂ ਕਰਕੇ 2 ਗੱਡੇ ਭਰ ਕੇ ਲਿਆ ਸੁੱਟੇ। ਇਸ ਤਰ੍ਹਾਂ ਇੱਟਾਂ ਆਈਆਂ ਦੇਖ ਬਾਬਾ ਜੀ ਨੇ ਹੁਕਮ ਅੰਦਰ ਖੁੱਲ੍ਹਾ ਸਮਾਂ ਦੇਣਾ ਪ੍ਰਵਾਨ ਕਰ ਲਿਆ। 2 ਦਿਨਾਂ ਦੇ ਅੰਦਰ ਹੀ ਮੈਰੇ ਵਿੱਚ ਕੋਠਾ ਤੇ ਭੋਰਾ ਬਣ ਗਏ।
ਸਵੇਰੇ ਸ਼ਾਮ ਦੀ ਸੰਗਤ ਬੜੀ ਜੁੜਨ ਲੱਗ ਪਈ ਤਾਂ ਬਾਬੇ ਜੀ ਨੇ ਸਭ ਨੂੰ ਪਹਿਲਾਂ ਅੰਮ੍ਰਿਤ ਛਕਣ ਦੀ ਹਦਾਇਤ ਕੀਤੀ। 20-25 ਸੰਗੀ ਤਾਂ ਉਸ ਵੇਲੇ ਅੰਮ੍ਰਿਤ ਛਕਣ ਨੂੰ ਤਿਆਰ ਹੋ ਗਏ। ਰਾਤੋਂ ਰਾਤ ਇੱਕ ਉਚੇਚਾ ਬੰਦਾ ਘੱਲ ਕੇ ਕਲੇਰਾਂ ਤੋਂ ਭਾਈ ਰਤਨ ਸਿੰਘ ਹੋਰਾਂ ਨੂੰ ਬੁਲਾਇਆ, ਕਿਉਂਕਿ ਇਸ ਤੋਂ ਪਹਿਲਾਂ ਕਈ ਵਾਰੀ ਅੰਮ੍ਰਿਤ ਛਕਾਉਣ ਵਿੱਚ ਇਹਨਾਂ ਨੇ ਭਾਗ ਲਿਆ ਹੋਇਆ ਸੀ। ਦਿਨ ਚੜ੍ਹਦਿਆਂ ਹੀ ਰਤਨ ਸਿੰਘ ਹੋਰੀ ਚੌੜਰੀ ਪੁੱਜ ਗਏ। ਬਾਬਾ ਜੀ ਦੇ ਰੂਬਰੂ ਹਾਜ਼ਰ ਹੋਣ ਤੇ ਇਉਂ ਫਰਮਾਇਆ, ਭਾਈ ਅੱਜ ਅੰਮ੍ਰਿਤ ਛਕਾਉਣਾ ਹੈ। ਕੁਝ ਛਕਣ ਵਾਲੇ ਤਾਂ ਤਿਆਰ ਹਨ, ਪਰ ਪਹਿਲਾਂ ਤੂੰ ਗੂੰਗੇ ਨਾਲ ਗੱਲ ਕਰਨੀ ਹੋਵੇਗੀ। ਗੂੰਗਾ, ਜਿਸ ਦਾ ਅਸਲ ਨਾਮ ਈਸ਼ਰ ਸਿੰਘ ਸੀ, ਉਸ ਵਕਤ ਬਦਮਾਸ਼ਾਂ ਦਾ ਚੌਧਰੀ ਸੀ। ਸਰਦਾਰ ਰਤਨ ਸਿੰਘ ਜੀ ਦੇ ਕਥਨ ਅਨੁਸਾਰ ਇਸ ਪਰ ਭਾਈ ਉਦੈ ਸਿੰਘ ਨੂੰ ਨਾਲ ਲੈ ਕੇ ਅਸੀਂ ਨਗਰ ਦੇ ਨਵੇਂ ਬਣੇ ਗੁਰਦੁਆਰੇ ਚਲੇ ਗਏ। ਹਾਲੀ ਪ੍ਰਸ਼ਾਦ ਦੀ ਤਿਆਰੀ ਕਰਕੇ ਗੂੰਗੇ ਦੇ ਘਰ ਜਾਣ ਦੀ ਸਲਾਹ ਕਰ ਰਹੇ ਸਾਂ ਕਿ ਉਹ ਨਹਾਉਣ ਵਾਸਤੇ ਆਪ ਹੀ ਉੱਥੇ ਆ ਗਿਆ। ਉਮਰ 30 ਕੁ ਵਰ੍ਹਿਆਂ ਦੀ, ਸਰੀਰ ਹੱਟਾ ਕੱਟਾ, ਪਹਿਲਵਾਨ ਵਾਂਗ ਸਿਰ ਮੂੰਹ ਮੁੰਨਿਆ ਹੋਇਆ। ਪਾਣੀ ਕੱਢਣ ਲਈ ਉਹ ਹਟਲੀ ਗੇੜਨ ਲੱਗਾ ਹੀ ਸੀ ਕਿ ਅਸਾਂ ਆਪਣੇ ਵੱਲ ਬੁਲਾਇਆ ਤਾਂ ਉਹ ਆਪੇ ਕਹਿਣ ਲੱਗਾ, ਅੰਮ੍ਰਿਤ ਮੈਂ ਛਕਣਾ ਨਹੀਂ, ਬੜੀਆਂ ਪਾਬੰਦੀਆਂ ਲੱਗ ਜਾਂਦੀਆਂ ਹਨ। ਸਿਗਰਟ ਨਹੀਂ ਪੀ ਸਕਦਾ, ਸ਼ਰਾਬ ਨਹੀਂ ਪੀ ਸਕੀਦੀ, ਹੋਰ ਕਈ ਰੋਕਾਂ ਲੱਗ ਜਾਂਦੀਆਂ ਹਨ। ਅਸੀਂ ਹੈ ਤਾਂ ਇਵੇਂ ਹੀ, ਪਰ ਤੂੰ ਤਾਂ ਇੱਕ ਤਰ੍ਹਾਂ ਛਕਿਆ ਹੋਇਆ ਹੀ ਹੈ, ਕਿਉਂਕਿ ਤੂੰ ਪਾਬੰਦੀਆਂ ਨੂੰ ਤਾਂ ਸਮਝਦਾ ਹੀ ਨਹੀਂ। ਇਸ ਪਰ ਉਹ ਕਹਿਣ ਲੱਗਾ, ਜੇ ਇੱਕ ਦਿਨ ਅਗਾਂਹ ਪਾ ਦਿਓ ਤਾਂ ਸ਼ਾਇਦ ਰਾਤ ਨੂੰ ਸਲਾਹ ਕਰਕੇ ਸਾਰੀ ਪਾਰਟੀ ਅੰਮ੍ਰਿਤ ਛਕਣਾ ਮੰਨ ਜਾਏ। ਇਵੇਂ ਉਸਦਾ ਕੁਝ ਰੁੱਖ ਵੇਖ ਕੇ ਮੈਂ ਝੱਟ ਕਿਹਾ, ਇਹ ਤਾਂ ਕੋਈ ਗੱਲ ਨਹੀਂ, ਅੱਧ ਮਨ ਕੱਚੀ ਖੰਡ ਦੀ ਹੀ ਹੈ ਨਾ, ਇਸ ਦੀ ਚਾਹ ਬਣ ਜਾਏਗੀ। ਇੰਨੇ ਚਿਰ ਵਿੱਚੋਂ ਉੱਧਰੋਂ ਇੱਕ ਆਦਮੀ ਆ ਗਿਆ ਤੇ ਬਾਬਾ ਜੀ ਦਾ ਇਹ ਸੁਨੇਹਾ ਦਿੱਤਾ ਕਿ ਅੱਧਾ ਦਿਨ ਤਾਂ ਹੋਣ ਲੱਗਾ ਹੈ, ਅੱਜ ਤੁਸੀਂ ਨਾਮ ਹੀ ਲਿਖ ਲਵੋ ਤੇ ਅੰਮ੍ਰਿਤ ਕੱਲ੍ਹ ਛਕਾ ਦੇਣਾ। ਇਹੋ ਹੀ ਸਾਡੀ ਮਰਜ਼ੀ ਸੀ, ਸੋ ਲਿਆਂਦੀ ਹੋਈ ਖੰਡ ਦੀ ਤਾਂ ਚਾਹ ਬਣਾ ਦਿੱਤੀ। ਰਾਤ ਨੂੰ ਗੂੰਗੇ ਨੇ ਆਪਣੇ ਸੰਗੀਆਂ ਸਾਥੀਆਂ ਨਾਲ ਸਲਾਹ ਕੀਤੀ ਤੇ ਸਵੇਰ ਨੂੰ ਹੀ ਲਗਭਗ ਅੱਧਾ ਪਿੰਡ ਅੰਮ੍ਰਿਤ ਛਕਣ ਨੂੰ ਤਿਆਰ ਹੋਇਆ। ਬਦਮਾਸ਼ਾਂ ਦੀ ਸਾਰੀ ਪਾਰਟੀ ਨੂੰ ਸ਼ਾਮਲ ਹੁੰਦਿਆਂ ਵੇਖ ਕੇ ਸਭ ਨੂੰ ਉਤਸ਼ਾਹ ਹੋ ਗਿਆ ਕਿ ਬਾਬਾ ਜੀ ਦੀ ਇਹ ਇੱਕ ਵੱਡੀ ਕਰਾਮਾਤ ਸੀ। ਇੱਥੇ ਜੋਧੇ ਦੇ ਮੈਰੇ ਦਾ ਕੁਝ ਹਾਲ ਦੱਸਣਾ ਜ਼ਰੂਰੀ ਹੈ, ਜੋ ਇਸ ਪ੍ਰਕਾਰ ਹੈ। ਇਹ ਸਰਦਾਰ ਜੋਧ ਸਿੰਘ ਤੇ ਉਸ ਦੇ ਛੋਟੇ ਭਰਾ ਮੋਹਨ ਸਿੰਘ ਦਾ ਸਾਂਝਾ 5 ਕੁੰਮਾਂ ਦਾ ਟੋਟਾ ਸੀ, ਜਿਸ ਵਿੱਚ ਇੱਕ ਟੋਬਾ ਸੀ ਤੇ ਇੱਕ ਕੁੱਲੀ ਜੋ ਮੋਹਨ ਸਿੰਘ ਮੋਹਨੇ ਨੇ ਬਣਾਈ ਹੋਈ ਸੀ। ਇੱਕ ਵੇਰੀ ਪਹਿਲਾਂ ਤਾਂ ਇਸ ਕੁੱਲੀ ਵਿੱਚ ਹੀ ਬਾਬਾ ਜੀ ਠਹਿਰੇ ਸਨ। ਇਸ ਵੇਰੀ 2 ਕੁ ਮਹੀਨਿਆਂ ਪਿੱਛੋਂ ਬਾਬਾ ਜੀ ਨੇ ਉਸ ਟੋਬੇ ਨੂੰ ਹੋਰ ਪਟਾਉਣਾ ਸ਼ੁਰੂ ਕਰ ਦਿੱਤਾ, ਇਹ ਕਹਿ ਕੇ ਕਿ ਇੱਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ। ਦਿਨ ਰਾਤ 3 ਦਿਨ ਪੁਟਾਈ ਹੁੰਦੀ ਰਹੀ। ਰਾਤ ਨੂੰ ਜਦ ਰੌਸ਼ਨੀ ਲਈ 40 ਕੁ ਹੱਥੇ ਗੈਸ ਦਾ ਲੈਂਪ ਚੜਾਇਆ ਗਿਆ ਤਾਂ ਹੌਲੀ ਜਿਹੀ ਬਚਨ ਕੀਤਾ, ਵੇਖੋ ਭਾਈ, ਝੋੜਾਂ ਕਿਤਨੇ ਉੱਤੇ ਹੋ ਗਏ ਨੇ। ਇਹ ਇੱਕ ਰਮਜ ਸੀ ਜਿਸ ਨੂੰ ਸਮਝਣ ਦਾ ਕਿਸੇ ਯਤਨ ਨਾ ਕੀਤਾ, ਪਰ ਗੱਲ ਤੇ ਪਰਦਾ ਪਾਉਂਦਿਆਂ ਜਿਵੇਂ ਕਿ ਉਹਨਾਂ ਦੀ ਰੀਤੀ ਸੀ, ਝਟ ਬਦਲ ਕੇ ਕਿਹਾ, ਉੱਚਾ ਹੋ ਗਿਆ ਹੈ। ਤੀਜੀ ਸਵੇਰ ਨੂੰ ਫਰਮਾਉਣ ਲੱਗੇ, ਅਸਾਂ ਤਾਂ ਜ਼ਮੀਨ ਦੇ ਮਾਲਕਾਂ ਤੋਂ ਪਿੱਛਣ ਬਿਨਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ, ਉਹਨਾਂ ਤੋਂ ਪੁੱਛ ਤਾਂ ਲਵੋ। ਸਰਦਾਰ ਜੋਧ ਸਿੰਘ ਤਾਂ ਬੁੱਢਾ ਸੀ, ਉਸ ਦੇ 2 ਪੁੱਤਰ ਸਨ, ਅਰਜਨ ਸਿੰਘ ਤੇ ਅਮੀਰਕਨ ਇੰਦਰ ਸਿੰਘ, ਤੇ ਮੋਹਨ ਸਿੰਘ ਦਾ ਇੱਕੋ ਪੁੱਤਰ ਸੀ, ਹਰਨਾਮਾ। ਹਜ਼ਰੀਏ ਕਰਤਾਰ ਸਿੰਘ ਨੇ ਜਦ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਜਗ੍ਹਾ ਪੁਟਾ ਰਹੇ ਹਨ, ਤੁਸੀਂ ਮੈਰੋ ਦੀ ਮਿਹਰ ਛੱਡ ਦਿਓ। ਹਰਨਾਮਾ ਤਾਂ ਝੱਟ ਮੰਨ ਗਿਆ, ਪਰ ਅਰਜਨ ਕਹਿਣ ਲੱਗਾ ਕਿ ਬਾਬਾ ਜੀ ਆਪ ਕਹਿਣਗੇ ਤਾਂ ਛੱਡਾਂਗੇ। ਜਦ ਹਜ਼ੂਰੀਏ ਨੇ ਜਾ ਕੇ ਖਬਰ ਕੀਤੀ ਤਾਂ ਬਚਨ ਇਹ ਹੋਇਆ, ਚੰਗਾ ਸਰੋਵਰ ਪੁੱਟਣਾ ਬੰਦ ਕਰ ਦਿਓ, ਜਦੋਂ ਆਪ ਕਹਿਣਗੇ ਤਾਂ ਦੇਖੀ ਜਾਓ। ਇੱਥੋਂ 3 ਕੁ ਫਰਲਾਂਗ ਦੇ ਵਿੱਥ ਤੇ ਰੁਲੀਆ ਸਿੰਘ ਤੇ ਫੁੰਮਣ ਸਿੰਘ 2 ਕਾਰੀਗਰ ਭਰਾਵਾਂ ਦੀ ਜ਼ਮੀਨ ਸੀ। ਵਿੱਚ ਇੱਕ ਰੇਤ ਦਾ ਟਿੱਬਾ ਸੀ। ਇਸ ਨੂੰ ਪੱਕਾ ਥਾਂ ਸਮਝਿਆ ਜਾਂਦਾ ਸੀ। ਬੱਸੀਆਂ ਨੂੰ ਇੱਥੋਂ ਹੀ ਰਾਹ ਜਾਂਦਾ ਸੀ। ਬੱਸੀਆਂ ਦਾ ਰਸਾਲਦਾਰ ਮੇਜਰ ਬਚਨ ਸਿੰਘ ਬਾਬਾ ਜੀ ਦਾ ਬੜਾ ਸ਼ਰਧਾਲੂ ਸੀ।
ਉਹ ਰੋਜ਼ ਪ੍ਰਸ਼ਾਦੇ ਦਾ ਡੱਬਾ ਤਿਆਰ ਕਰਕੇ ਲਿਆਉਂਦਾ ਤੇ ਰਾਤ ਨੂੰ ਬਹੁਤ ਚਿਰਕਾਂ ਵਾਪਸ ਜਾਂਦਾ। ਇੱਕ ਦਿਨ ਬਾਬਾ ਜੀ ਉਸਨੂੰ ਕਹਿਣ ਲੱਗੇ ਕਿ ਬਹੁਤੀ ਰਾਤ ਨਾ ਪੈਣ ਦਿਆ ਕਰ, ਪਰ ਉਹ ਹਟਿਆ ਨਾ। ਇੱਕ ਦਿਨ ਉਸਨੂੰ ਅੱਗ ਦੀ ਲਾਟ ਉਧਰ ਜਾਂਦੀ ਦਿਸੀ। ਉਹ ਪਾਠ ਕਰਦਾ ਗਿਆ ਤੇ ਕੋਈ ਡਰ ਨਾ ਖਾਧਾ। ਖੈਰ, ਅਗਲੇ ਦਿਨ ਉਸਨੇ ਬਾਬਾ ਜੀ ਨੂੰ ਵਾਰਤਾ ਸੁਣਾਈ। ਬਾਬਾ ਜੀ ਨੇ ਇਸ ਟਿੱਬੇ ਵੱਲ ਜਾਣਾ ਸ਼ੁਰੂ ਕਰ ਦਿੱਤਾ। ਕਦੇ ਆਰਾਮ ਕਰਨ ਲਈ ਬੈਠ ਵੀ ਜਾਂਦੇ। ਇੱਕ ਦਿਨ ਰੁਲੀਆ ਸਿੰਘ ਨੇ ਆਣ ਕੇ ਜਦ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਉਸਦਾ ਹਾਲ ਪੁੱਛਿਆ। ਉਸਨੇ ਅੱਗਿਓਂ ਬੇਨਤੀ ਕੀਤੀ, ਪਾਤਸ਼ਾਹ, ਹੋਰ ਤਾਂ ਸਭ ਆਪ ਦੀ ਕਿਰਪਾ ਹੈ। 3 ਲੜਕੇ ਹਨ, ਉਹਨਾਂ ਵਿੱਚੋਂ ਮੱਲ ਸਿੰਘ ਦੇ ਘਰ ਲੜਕਾ ਕੋਈ ਨਹੀਂ ਹੈ, ਕੇਵਲ ਕਾਕੀਆਂ ਹੀ ਹਨ। ਇਹ ਕਿਹੜੀ ਵੱਡੀ ਗੱਲ ਹੈ, ਨਿਰੰਕਾਰ ਦੇ ਘਰ ਕੋਈ ਘਾਟਾ ਨਹੀਂ ਹੈ। ਸੰਗਤ ਕਰਿਆ ਕਰੋ, ਗੁਰੂ ਸਾਹਿਬ ਦੀ ਓਟ ਲਵੋ। ਬਾਬਾ ਜੀ ਨੇ ਪ੍ਰਸੰਨਤਾ ਪੂਰਵਕ ਉਸਨੂੰ ਉਪਦੇਸ਼ ਦਿੱਤਾ। ਫਿਰ ਦੋਹਾਂ ਭਰਾਵਾਂ ਨੇ ਇੱਧਰ ਟਿਕਾਣਾ ਬਣਾਉਣ ਦੀ ਬੇਨਤੀ ਕੀਤੀ, ਪਰ ਬਾਬਾ ਜੀ ਨੇ ਉੱਤਰ ਦਿੱਤਾ, ਇਉਂ ਨਹੀਂ, ਕੁਛ ਜਗ੍ਹਾ ਛੱਡੋ, ਪਰ ਉਤਨੀ ਜਿਸ ਵਿੱਚ ਤੁਸਾਂ ਕੁਛ ਬੀਜਣਾ ਨਾ ਹੋਵੇ। ਇਸ ਪਰ ਉਹਨਾਂ 1 ਵਿਗਾ ਜੀਵਨ ਛੱਡ ਦਿੱਤੀ ਤੇ ਫਿਰ ਬਾਬਾ ਜੀ ਦੀ ਰੁਚੀ ਵੇਖ ਕੇ ਇੱਕ ਤਲਾਈ ਜਿਹੀ ਬਣਾ ਦਿੱਤੀ, ਜੋ 2 ਫੁੱਟ ਡੂੰਘੀ ਤੇ 13 ਫੁੱਟ ਦੂਹੀ ਪਾਸੀ ਸੀ। ਖੂਹ ਹਾਲੀ ਉੱਥੇ ਨਹੀਂ, ਤੌੜਿਆਂ ਨਾਲ ਇਸ ਵਿੱਚ ਪਾਣੀ ਭਰ ਦਿੱਤਾ ਜਾਂਦਾ। ਹੁਣ ਜੇਠ ਹਾੜ ਦੀ ਸਖਤ ਗਰਮੀ ਪੈਣ ਲੱਗੀ। ਇਲਾਕਾ ਰੇਤਲੇ ਟਿੱਬਿਆਂ ਵਾਲਾ ਸੀ। ਜੋ ਕਲੰਕ ਇੱਥੋਂ ਦੇ ਕੁਝ ਵਸਨੀਕਾਂ ਦੀਆਂ ਕਾਲੀਆਂ ਕਰਤੂਤਾਂ ਨੇ ਲਾਇਆ ਹੋਇਆ ਸੀ, ਉਸ ਨੂੰ ਧੋਣ ਲਈ ਬਾਬਾ ਜੀ ਨੇ ਇੱਕ ਪਰਉਪਕਾਰ ਦਾ ਵਸੀਲਾ ਕੱਢਿਆ। ਸਥਾਨ ਦੇ ਨੇੜੇ ਹੀ ਇੱਕ ਚੌਰਸਤਾ ਪੈਂਦਾ ਸੀ। ਉੱਥੇ ਇੱਕ ਪਾਉ ਛਬੀਲ ਲਾ ਦਿੱਤਾ। ਆਉਂਦੇ ਜਾਂਦੇ ਰਾਹੀ ਨੂੰ ਜਲ ਛਕਾਉਣ ਦੀ ਸੇਵਾ ਉੱਥੇ ਜਗਰਾਵਾਂ ਵਾਲੇ ਭਾਈ ਲਹਿਣਾ ਸਿੰਘ ਨੂੰ ਲਾ ਦਿੱਤਾ। ਲੰਘਦੇ ਰਾਹੀਆਂ ਨੂੰ ਕੇਵਲ ਜਲ ਹੀ ਨਹੀਂ, ਪ੍ਰਸ਼ਾਦਾ ਵੀ ਮਿਲਣ ਲੱਗ ਪਿਆ। ਇਸ ਲਈ ਹਰੇਕ ਦੇ ਮੂੰਹੋਂ ਝਰੋੜਾਂ ਦਾ ਜਸ ਹੀ ਨਿਕਲਣ ਲੱਗਾ। ਇਸ ਸੇਵਾ ਵਿੱਚ ਕਾਕਾ ਇੰਦਰ ਸਿੰਘ ਵੀ ਚੌਖਾ ਹਿੱਸਾ ਲੈਂਦਾ ਰਿਹਾ। ਘਰ ਦਾ ਕੰਮਕਾਜ ਵੀ ਕਰਨਾ ਤੇ ਬਾਬਾ ਜੀ ਦੀ ਸੰਗਤ ਵੀ ਕਰਨੀ। ਹੌਲੀ ਹੌਲੀ ਸ਼ਰਧਾ ਤੇ ਪ੍ਰੇਮ ਚਮਕਣ ਲੱਗ ਪਏ। ਇਹਨਾਂ ਦਿਨਾਂ ਦੀ ਗੱਲ ਹੈ ਕਿ ਘਰ ਵਿੱਚ ਵਾਢੀ ਕਰਨ ਵਾਲਿਆਂ 5 ਭਰਾਵਾਂ ਨੂੰ 1.5 ਪਾ ਘਿਓ ਰੋਜ਼ ਦਾ ਮਿਲਦਾ ਸੀ। ਬਾਕੀ ਤਾਂ ਆਪਣਾ ਹਿੱਸਾ ਛਕ ਲੈਂਦੇ, ਪਰ ਕਾਕਾ ਜੀ ਨੇ ਆਪਣੇ ਹਿੱਸੇ ਦਾ ਘਿਓ ਇਕੱਠਾ ਕਰੀ ਜਾਣਾ। ਜਦ 3-4 ਸ਼ੇਰ ਹੋ ਗਿਆ ਤਾਂ ਮਰਿਆਦਾ ਅਨੁਸਾਰ ਪ੍ਰਸ਼ਾਦਾ ਤੇ ਦੇਗ ਤਿਆਰ ਕਰ ਆਪਣੀ ਸੀਸ ਤੇ ਚੁੱਕ ਬਾਬਾ ਜੀ ਦੇ ਅਸਥਾਨ ਤੇ ਪੁੱਜੇ। ਹਾਲੀ ਸਵੇਰ ਦਾ ਕੀਰਤਨ ਹੋ ਰਿਹਾ ਸੀ। ਬਾਬਾ ਜੀ ਸਮਾਧੀ ਸਥਿਤ ਸਨ। ਹਜੂਰ ਦੇ ਅਚਾਨਕ ਹੀ ਨੇਤਰ ਖੁੱਲੇ ਤੇ ਟੱਲੀ ਖੜਕਾ ਕੇ ਭਾਈ ਹਜੂਰਾ ਸਿੰਘ ਹਜੂਰੇ ਨੂੰ ਬੁਲਾ ਕੇ ਪੁੱਛਿਆ ਕਿ ਬਾਹਰ ਕੌਣ ਪ੍ਰਸ਼ਾਦਾ ਲਿਆਇਆ ਹੈ। ਜਦ ਉਸਨੇ ਆਣ ਕੇ ਖਬਰ ਕੀਤੀ ਕਿ ਇੱਕ 14 ਕੁ ਵਰ੍ਹਿਆਂ ਦਾ ਲੜਕਾ ਹੈ ਤਾਂ ਫੁਰਮਾਇਆ, ਚੰਗਾ ਬੁਲਾ ਲਿਆ ਤੇ ਆਪ ਠਹਿਰ। ਪਿਆਰ ਤੇ ਸ਼ਰਧਾ ਨਾਲ ਤਿਆਰ ਕੀਤੇ ਹੋਏ ਪ੍ਰਸ਼ਾਦੇ ਨੂੰ ਆਪਣੇ ਹੀ ਕਰ ਕਮਲਾਂ ਨਾਲ ਫੜ ਕੇ ਬਾਬਾ ਜੀ ਨੇ ਸਤਿਗੁਰ ਅੱਗੇ ਥਾਲ ਰੱਖ ਦਿੱਤਾ। ਇਵੇਂ ਬੇਨਤੀ ਕਰਦਿਆਂ, ਆ ਸਭ ਕੁਝ ਤੇਰਾ, ਤੇ ਕਾਕੇ ਇੰਦਰ ਸਿੰਘ ਨੂੰ ਬੂਹੇ ਵਿੱਚ ਬੈਠ ਜਾਣ ਲਈ ਕਿਹਾ। ਭੋਗ ਲਗਵਾ ਕੇ ਆਪ ਛਕਣ ਲੱਗਿਆ, ਚੰਗਾ ਕਾਕਾ, ਇਹ ਤੂੰ ਛਕ ਲੈ, ਪਰ ਇੱਥੇ ਹੀ ਬੈਠ ਕੇ ਘਰ ਨਹੀਂ ਲੈ ਜਾਣਾ। ਫਿਰ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਵਿੱਚ ਹੋਰ ਤਤਪਰ ਰਹਿਣ ਲਈ ਹਦਾਇਤ ਦਿੱਤੀ। ਇਹ ਸੀਤ ਪ੍ਰਸ਼ਾਦ ਛਕਣ ਦੀ ਦੇਰ ਸੀ ਕਿ ਪਰਮਾਰਥ ਵੱਲ ਰੁਚੀ ਹੋਰ ਵੀ ਤੀਬਰ ਹੋ ਗਈ। ਹੁਣ ਤੱਕ ਤਾਂ ਬਾਬਾ ਜੀ ਦਾ ਇਹੋ ਦਸਤੂਰ ਸੀ ਕਿ 4-5 ਛੋਟੇ ਫੁਲਕਿਆਂ ਦਾ ਇੱਕ ਥਾਲ ਲਗਾ ਲੈਣਾ ਤੇ ਗੁਰੂ ਸਾਹਿਬ ਨੂੰ ਭੋਗ ਲਗਵਾ ਕੇ ਕੁਝ ਆਪ ਛਕ ਲੈਣਾ, ਤੇ ਜੇ ਕੋਈ ਹਜੂਰੀਆਂ ਕੋਲ ਹੁੰਦਾ ਤਾਂ ਕੁਝ ਉਸ ਨੂੰ ਦੇ ਦੇਣਾ, ਨਹੀਂ ਤਾਂ ਪ੍ਰਸ਼ਾਦਾ ਲਿਆਉਣ ਵਾਲੇ ਨੂੰ ਮੋੜ ਦੇਣਾ। ਪਰ ਇਹਨਾਂ ਦਿਨਾਂ ਵਿੱਚ ਹੋਰ ਸੰਗਤਾਂ ਲਈ ਪੱਕਾ ਪਕਾਇਆ ਲੰਗਰ ਲਿਆਉਣ ਦੀ ਕਿਵੇਂ ਪ੍ਰਥਾ ਚੱਲੀ, ਇਸ ਦਾ ਹਾਲ ਹੋਰ ਥਾਂ ਦਰਜ ਹੈ, ਇੱਥੇ ਅੰਕਿਤ ਨਹੀਂ ਕੀਤਾ ਗਿਆ। ਇਸ ਤਰ੍ਹਾਂ ਸਤਸੰਗ, ਨਾਮ ਬਾਣੀ, ਕੀਰਤਨ ਦੇ ਪ੍ਰਵਾਹ ਚੱਲਦੇ ਨੂੰ 6 ਕੁ ਮਹੀਨੇ ਹੋਣ ਵਾਲੇ ਸਨ। ਕਿੱਥੇ ਇੱਕ ਦਿਨ ਲਈ ਆਉਣਾ ਤੇ ਕਿੱਥੇ ਪ੍ਰੇਮ ਵਸ ਹੋ ਕੇ ਜਾਂ ਮਾਲਕ ਦੀ ਰਜ਼ਾ ਵਿੱਚ ਇਕੱਠੇ 6 ਮਹੀਨੇ ਦੇ ਦੇਣੇ। ਇਹ ਬਾਬਾ ਜੀ ਦੀਆਂ ਮਿਹਰਾਂ ਸਨ। ਹੁਣ
ਆਸਣ ਚੁੱਕਣ ਦੀਆਂ ਤਿਆਰੀਆਂ ਹੋ ਰਹੀਆਂ ਸਨ ਕਿ ਇੱਕ ਦਿਨ ਕਾਕਾ ਇੰਦਰ ਸਿੰਘ ਨੂੰ ਸੇਵਾ ਕਰਦਿਆਂ ਵੇਖ ਬੜੇ ਤਰੁੱਠ ਪਏ ਤੇ ਫਰਮਾਨ ਲੱਗੇ, ਕਾਕਾ ਤੂੰ ਲਹਿਰੇ ਚਲਾ ਜਾ, ਸੰਤਾਂ ਪਾਸ ਕੁਝ ਪੜ੍ਹ ਕੇ ਆ। ਕਾਕਾ ਜੀ ਨੇ 7 ਬਚਨ ਕਿਹਾ ਤੇ ਕੁਝ ਮਾਮੂਲੀ ਤਿਆਰੀ ਕਰਕੇ ਲਹਿਰ ਪੁੱਜ ਗਿਆ। ਇਹਨਾਂ ਦੇ ਨਾਲ ਕੁਝ ਹੋਰ ਮੁੰਡੇ ਵੀ ਗਏ ਜੋ ਉਮਰ ਵਿੱਚ ਛੋਟੇ ਸਨ, ਇਸ ਖਿਆਲ ਤੇ ਕਿ ਲਹਿਰੇ ਜਾ ਕੇ ਲਹਿਰਾ ਲਵਾਂਗੇ, ਪਰ ਉਹ ਝੱਟ ਹੀ ਉਧਰ ਗਏ। ਉੱਥੋਂ ਦੀ ਕਵਰੀ ਮਰਿਆਦਾ ਵੇਖ ਹਾਏ ਮਾਂ ਹਾਏ ਪਿਓ ਕਰਕੇ ਮਾਪਿਆਂ ਨੂੰ ਲੱਗ ਯਾਦ ਕਰ। ਇੰਦਰ ਸਿੰਘ ਦੀ ਚਾਹ ਸੀ ਕਿ ਮੈਂ ਕੁਝ ਚੰਗਾ ਪੜ੍ਹ ਸਿੱਖ ਕੇ ਜਾਵਾਂ, ਪਰ ਹਾਰ ਕੇ ਕੁਝ ਦਿਨਾਂ ਪਿੱਛੋਂ ਮੁੰਡਿਆਂ ਨਾਲ ਹੀ ਆਉਣਾ ਪਿਆ ਤੇ ਬਾਬਾ ਵਧਾਵਾ ਸਿੰਘ ਜੀ ਦੀ ਪ੍ਰਸੰਨਤਾ ਨਾਲ ਤੋਰ ਦਿੱਤਾ। ਪੁੱਜਣ ਤੇ ਬਾਬਾ ਜੀ ਨੇ ਜਦ ਲਹਿਰੇ ਦਾ ਸਮਾਚਾਰ ਪੁੱਛਿਆ ਤਾਂ ਫਰਮਾਇਆ, ਚਲੋ ਮੋਹਰ ਤਾਂ ਲੱਗ ਗਈ, ਜਾਓ ਸੇਵਾ ਕਰੋ। ਸੋ ਪਹਿਲੇ ਵਾਂਗ ਜਲ ਪਾਣੀ ਛਕਾਉਣ ਦੀ ਸੇਵਾ ਸੰਭਾਲ ਲਈ। ਦਿਨੇ ਘਰ ਦਾ ਕੰਮ ਵੀ ਕਰਨਾ ਤੇ ਰਾਤ ਨੂੰ ਪੜ੍ਹ ਕੇ ਚੋਖੀ ਬਾਣੀ ਯਾਦ ਕਰ ਲਈ। ਇੱਧਰ ਬਾਬਾ ਜੀ ਨੇ ਆਪ ਬਾਗਾਂ ਵਾਲੇ ਚਾਲੇ ਪਾ ਦਿੱਤੇ। ਉੱਥੇ ਗਿਆ ਥੋੜਾ ਚਿਰ ਹੀ ਹੋਇਆ ਸੀ ਕਿ ਲਹਿਰੇ ਵਾਲਿਆਂ ਦੀ ਤਾਰ ਖੜਕ ਪਈ। ਸੰਗਤ ਹਾਲੀ ਆਉਣੀ ਨਹੀਂ ਸੀ ਦਿੰਦੀ, ਸੋ ਮੁੜ ਵਾਪਸ ਲਿਆਉਣ ਲਈ ਕੁਝ ਪ੍ਰੇਮੀ ਨਾਲ ਹੀ ਕਰ ਦਿੱਤੇ। ਇਹਨਾਂ ਵਿੱਚੋਂ ਭਾਈ ਗਿਆਨ ਸਿੰਘ ਜੀਵਨ ਸਿੰਘ ਜੀ ਦਾ ਜਥਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।